ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਇਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 131 ਦੇ ਉੱਪਰ ਅੰਕਿਤ ਮਾਝ ਰਾਗ ਦੀ 36ਵੀਂ ਅਸ਼ਟਪਦੀ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਇਹ ਦੂਜੀ ਅਸ਼ਟਪਦੀ ਹੈ, ਅਤੇ ਇਹ ਅਸ਼ਟਪਦੀ 9 ਪਦਿਆਂ ਦੀ ਹੈ। ਆਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਸਿੱਖਣ ਦਾ ਯਤਨ ਕਰੀਏ। ਮਾਝ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸਮੁੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਵਾਲ ਸਾਡੇ ਸਾਹਮਣੇ ਰੱਖਦੇ ਨੇ। ਉਹਨਾਂ ਸਵਾਲਾਂ ਦੇ ਸੰਦਰਭ ਵਿੱਚ ਅਸੀਂ ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਪਰਖਣਾ ਹੈ, ਆਪਣੀ ਜ਼ਿੰਦਗੀ ਦੀ ਪੜਚੋਲ ਕਰਨੀ ਹੈ, ਤੇ ਉਹਨਾਂ ਸਵਾਲਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜਵਾਬ ਦੇਣਗੇ। 4 ਪਦਿਆਂ ਵਿੱਚ ਸਵਾਲ ਰੱਖ ਰਹੇ ਨੇ, ਉਸ ਤੋਂ ਬਾਅਦ ਫਿਰ ਉਹਦਾ ਜਵਾਬ ਦੇ ਰਹੇ ਨੇ। ਕੌਣ ਸੋ ਮੁਕਤਾ, ਕੌਣ ਸੋ ਜੁਗਤਾ। ਬਈ ਕਹਿੰਦੇ ਨੇ ਕਿ ਰੱਬ ਦੇ ਮਾਰਗ ਤੇ ਤੁਰਨ ਵਾਲਾ, ਵਾਹਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਲਾ, ਪਹਿਲਾਂ ਕੁਸੰਗੀ ਪ੍ਰਵਿਰਤੀਆਂ, ਪਸ਼ੂ ਪ੍ਰਵਿਰਤੀਆਂ, ਬੇਕਾਰੀ ਪ੍ਰਵਿਰਤੀਆਂ ਤੋਂ, ਉਹਨਾਂ ਦੀਆਂ ਆਦਤਾਂ ਤੋਂ ਮੁਕਤ ਹੋਏਗਾ, ਖਹਿੜਾ ਛੁਡਾਏਗਾ, ਤਾਂ ਰੱਬ ਦੇ ਮਾਰਗ ਤੇ ਤੁਰ ਸਕੇਗਾ। ਉਹ ਜੀਵਨ ਕੈਸਾ ਹੁੰਦਾ ਹੈ ਜਿਹੜਾ ਮੁਕਤਾ ਹੁੰਦਾ ਹੈ? ਕਿਹਨੂੰ ਕਹਿੰਦੇ ਨੇ? ਕੌਣ ਸੋ ਜੁਗਤਾ। ਫਿਰ ਹਰ ਕੋਈ ਕਹਿੰਦਾ ਹੈ ਕਿ ਇਸ ਜੁਗਤੀ ਨਾਲ ਰੱਬ ਛੇਤੀ ਪ੍ਰਾਪਤ ਹੁੰਦਾ ਹੈ। ਕੋਈ ਕਹਿੰਦਾ ਕੇਵਲ ਆਹੀ ਜੁਗਤੀ ਪ੍ਰਵਾਨ ਹੈ। ਦੁਨੀਆ ਤੇ ਇਹ ਜੁਗਤੀਆਂ, ਇਹ ਜਪ ਤਪ ਦੇ ਤਰੀਕੇ ਅਣਗਿਣਤ ਨੇ, ਅਸੰਖਾਂ ਨੇ। ਫਿਰ ਕਿਹੜਾ ਜੁਗਤਾ ਹੈ, ਕਿਹੜਾ ਤਰੀਕਾ ਹੈ ਉਹ ਜੀਵਨ ਜਿਹਨੇ ਰੱਬ ਦੀ ਬਖਸ਼ਿਸ਼ ਵਾਲੀ ਜੁਗਤ ਪ੍ਰਾਪਤ ਕਰ ਲਈ ਹੈ? ਤੀਜਾ ਸਵਾਲ, ਕੌਣ ਸੋ ਗਿਆਨੀ, ਕੌਣ ਸੋ ਬਖਤਾ। ਗਿਆਨਵਾਨ ਕੌਣ ਹੈ? ਦੂਸਰੇ ਨੂੰ ਗਿਆਨ ਵੰਡਣ ਵਾਲਾ ਕੌਣ ਹੈ? ਉਹ ਕਿਹੋ ਜਿਹਾ ਜੀਵਨ ਹੁੰਦਾ ਹੈ? 4 ਸਵਾਲ ਇਹ 2 ਪੰਕਤੀਆਂ ਵਿੱਚ ਰੱਖੇ। ਤੀਸਰੀ ਪੰਕਤੀ, ਇਹਨਾਂ ਸਾਰਿਆਂ ਨੂੰ ਮਿਲਾ ਕੇ ਅਸੀਂ ਆਪਣੇ ਜੀਵਨ ਨੂੰ, ਸੋਚ ਸੁਭਾਅ ਨੂੰ ਪਰਖਣਾ ਹੋਏਗਾ। ਕੌਣ ਸੋ ਗਿਰਹੀ, ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਓ। ਬਈ ਉਹ ਕੌਣ ਹੈ ਜਿਹੜਾ ਵਧੀਆ ਸੁਚੱਜਾ ਗ੍ਰਸਤੀ ਜੀਵਨ ਜਿਉਂਦਾ ਹੈ? ਗ੍ਰਸਤੀ ਜੀਵਨ
ਤੇ ਕੌਣ ਹੈ ਜਿਹੜਾ ਗ੍ਰਸਤੀ ਜੀਵਨ ਦੇ ਵਿੱਚ ਜ਼ਿੰਦਗੀ ਦੇ ਉਤਰਾਅ ਚੜ੍ਹਾਅ, ਹਰ ਤਰ੍ਹਾਂ ਦੇ ਵਰਤਾਰੇ, ਹਰ ਤਰ੍ਹਾਂ ਦੇ ਲੋਕ, ਉਹਨਾਂ ਵਿੱਚ ਵਿਚਰਦੇ ਆ, ਜਿਹਨੂੰ ਨਿਰਲੇਪ ਰਹਿ ਕੇ ਜਿਉਣ ਦੀ ਜੁਗਤ ਆ ਗਈ। ਫਿਰ ਕੌਣ ਹੈ ਜਿਸ ਨੇ ਇਸ ਜੀਵਨ ਦੀ ਵੈਲਿਊ ਨੂੰ ਸਮਝ ਲਿਆ, ਕੀਮਤ ਨੂੰ ਸਮਝ ਲਿਆ। ਕਿਨ ਬਿਦ ਬਾਧਾ, ਕਿਨ ਬਿਦ ਛੂਟਾ, ਇਹ ਸੁਭਾਉ ਕੁਸੰਗੀ ਪ੍ਰਵਿਰਤੀਆਂ ਦੀਆਂ ਆਦਤਾਂ ਵਿੱਚ ਕਿਵੇਂ ਵੱਜਦਾ ਹੈ ਤੇ ਕਿਹੜੇ ਤਰੀਕੇ ਨਾਲ ਇਹ ਛੁੱਟਦਾ ਹੈ। ਆਖੋ ਵਾਹਿਗੁਰੂ। ਇਹ ਉਹ ਸਵਾਲ ਨੇ ਜਿਨ੍ਹਾਂ ਸਵਾਲਾਂ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਪਰਖ ਸਕਦੇ ਹਾਂ, ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਪਰਖ ਸਕਦੇ ਹਾਂ। ਅਗਲਾ ਸਵਾਲ, ਕਿਨ ਬਿਦ ਆਵਣ ਜਾਵਣ ਟੁੱਟਾ, ਬਈ ਇਹ ਕਿਸ ਤਰੀਕੇ ਨਾਲ ਮਨ ਦੂਸਰੇ ਪਾਸੇ ਚਲੇ ਜਾਂਦਾ ਹੈ ਤੇ ਰੱਬ ਦੇ ਰਸ ਤੋਂ, ਰੱਬ ਦੇ ਆਨੰਦ ਤੋਂ, ਰੱਬ ਦੀ ਯਾਦ ਤੋਂ ਟੁੱਟ ਜਾਂਦਾ ਹੈ। ਇੱਕ ਉਦਾਹਰਨ ਦੇਵਾਂ, ਅਕਸਰ ਐਜ ਏ ਹਿਊਮਨ ਬੀਇੰਗ ਇੱਕ ਬਹੁਤ ਵੱਡੀ ਕਮਜ਼ੋਰੀ ਹੈ। ਕੋਈ ਬੰਦਾ ਕੋਈ ਵੀ ਕਰਮ ਕਰ ਰਿਹਾ ਹੈ ਤਾਂ ਉਹਦੇ ਕਰਮ ਕਰਨ ਦੇ ਤਰੀਕੇ ਵਿੱਚ 15-20 ਚੰਗਿਆਈਆਂ ਸਾਹਮਣੇ ਦਿਸ ਰਹੀਆਂ ਨੇ। ਉਹ 15-20 ਚੰਗਿਆਈਆਂ ਤੋਂ ਇਲਾਵਾ ਇੱਕ ਛੋਟੀ ਜੀ ਕੋਈ ਕਮਜ਼ੋਰੀ ਹੈ। ਕਹਿੰਦੇ ਹਾਂ ਅਸੀਂ ਕਿ ਰੱਬ ਸਾਰਿਆਂ ਅੰਦਰ ਹੈ, ਰੱਬ ਦੀ ਜੋਤ ਹਰ ਇੱਕ ਅੰਦਰ ਹੈ, ਪਰ ਕਿੱਦਾਂ ਸਾਡਾ ਮਨ ਉਸ ਕਮਜ਼ੋਰੀ ਨੂੰ ਫੋਕਸ ਕਰਦਾ ਹੈ, ਉਹਨੂੰ ਵਾਰ-ਵਾਰ ਯਾਦ ਕਰਦਾ ਹੈ, ਉਹਦੇ ਬਾਰੇ ਵਿਚਲਤ ਹੁੰਦਾ ਹੈ, ਉਹਦੇ ਬਾਰੇ ਚਰਚਾ ਕਰਦਾ ਹੈ ਤੇ ਇਹਦਾ ਧਿਆਨ ਉਹਦੀ ਕਮਜ਼ੋਰੀ ਤੱਕ ਪਹੁੰਚਿਆ ਹੈ, ਉਹਦੇ ਅੰਦਰ ਬੈਠੀ ਹੋਈ ਰੱਬ ਦੀ ਜੋਤ ਇਹਨੂੰ ਭੁੱਲ ਗਿਆ। ਕਿੱਦਾਂ ਇਹ ਟੁੱਟਦਾ ਹੈ? ਛੋਟੇ-ਛੋਟੇ ਵਰਤਾਰਿਆਂ ਨੂੰ ਦੇਖ ਕੇ, ਸੁਭਾਵਿਕ ਕਮਜ਼ੋਰੀਆਂ ਨੂੰ ਦੇਖ ਕੇ, ਵਿਚਾਰਧਾਰਾ ਦੇ ਵਖਰੇਵਿਆਂ ਦੇ ਕਰਕੇ, ਵਰਤੋਂ ਵਿਵਹਾਰ ਦੇ ਉੱਚੇ ਨੀਵੇਂ ਬਿਹੇਵੀਅਰ ਕਰਕੇ ਕਿੱਦਾਂ ਇਹ ਮਨ ਫਿਰ ਆਪਣੀਆਂ ਅੰਦਰਲੀਆਂ ਆਦਤਾਂ ਵਿੱਚ, ਸੁਭਾਅ ਦੀਆਂ ਆਦਤਾਂ ਵਿੱਚ, ਸੋਚ ਦੀਆਂ ਆਦਤਾਂ ਵਿੱਚ ਕਿਵੇਂ ਇਹ ਵੱਜਦਾ ਹੈ ਤੇ ਕਿੱਦਾਂ ਇਹ ਇੱਧਰੋਂ ਟੁੱਟਦਾ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਆਦਤਾਂ ਤੋਂ ਟੁੱਟ ਸਕਦਾ ਹੈ। ਕਿਨ ਬਿਦ ਆਵਣ ਜਾਵਣ ਟੁੱਟਾ, ਬਾਕਮਾਲ ਹੈ ਸਵਾਲ ਇਹ। ਅਗਲਾ ਸਵਾਲ, ਕੌਣ ਕਰਮ ਕੌਣ ਨਿਹਕਰਮਾ, ਕੌਣ ਸੋ ਕਹੈ ਕਹਾਏ ਜੀਓ, ਸੁਚੱਜੇ ਕਰਮ ਕਿਹੜੇ ਨੇ? ਕਿਹੜੇ ਕਰਮ ਨੇ ਜਿਹੜੇ ਚੰਗੇ ਨੇ, ਸੁਚੱਜੇ ਨੇ? ਮਨ ਦੇ ਕਰਮ। ਇਹ ਗੱਲ ਯਾਦ ਰੱਖਿਓ, ਮਨ ਜਦੋਂ ਕਿਸੇ ਨੂੰ ਘਟੀਆ ਜਿਹਾ ਸਮਝਦਾ ਹੈ ਨਾ, ਮਨ ਦਾ ਕਰਮ ਵਧੀਆ ਨਹੀਂ ਹੈ। ਮਨ ਜਦੋਂ ਕਿਸੇ ਦੀ ਨਿੰਦਾ ਕਰਦਾ ਹੈ, ਮਨ ਦਾ ਵਧੀਆ ਕਰਮ ਨਹੀਂ ਹੈ। ਕਿਹੜੇ ਕਰਮ ਨੇ ਜਿਹੜੇ ਸੁਚੱਜੇ ਨੇ ਤੇ ਕਿਹੜਾ ਉਹ ਤਰੀਕਾ ਹੈ, ਕਿਹੜਾ ਉਹ ਜੀਵਨ ਹੈ, ਕਿਹੜਾ ਉਹ ਸੁਭਾਅ ਹੈ ਜਿਹੜਾ ਇਸ ਜ਼ਿੰਦਗੀ ਜਿਉਂਦਿਆਂ ਨਿਰਲੇਪ ਵੀ ਰਹਿੰਦਾ ਹੈ। ਆਖੋ ਵਾਹਿਗੁਰੂ। ਕੌਣ ਹੈ ਜੋ ਇਸ ਬਾਰੇ ਦੱਸਦਾ ਹੈ ਤੇ ਹੋਰਨਾਂ ਨੂੰ ਪ੍ਰੇਰਣਾ ਕਰਦਾ ਹੈ? ਕੌਣ ਸੋ ਸੁਖੀਆ, ਕੌਣ ਸੋ ਦੁਖੀਆ, ਬਈ ਸੁਖੀ ਕੌਣ ਹੈ ਇਸ ਦੁਨੀਆ ਤੇ ਦੁਖੀ ਕੌਣ ਹੈ? ਇਹਨਾਂ ਸਵਾਲਾਂ ਨੂੰ ਸਾਹਮਣੇ ਰੱਖਾਂਗੇ ਤੇ ਗੁਰਮਤਿ ਸਮਝ ਆਏਗੀ। ਕਿਉਂਕਿ ਸਾਨੂੰ ਜੋ ਦੁਨੀਆ ਦਾ ਨਜ਼ਰੀਆ ਹੈ ਉਹ ਇਹ ਹੈ ਕਿ ਜਿਹਦੇ ਕੋਲ ਪੈਸਾ ਹੈ, ਜਿਹਦੇ ਕੋਲ ਫੈਸਿਲਿਟੀ, ਲਗਜ਼ਰੀ ਹੈ, ਉਹ ਸੁਖੀ ਹੈ। ਪਰ ਜਦੋਂ ਨੇੜੇ ਹੋ ਕੇ ਦੇਖਿਆ, ਉੱਪਰੋਂ ਉੱਪਰੋਂ ਸੁਖੀ ਦਿਖਾਈ ਦਿੰਦਾ ਹੈ, ਨਿਰਾ ਦੁਖੀ ਹੈ। ਆਖੋ ਵਾਹਿਗੁਰੂ। ਇਸ ਲਈ ਸੁਖੀ ਕੌਣ ਹੈ ਤੇ ਦੁਖੀ ਕੌਣ ਹੈ? ਅਗਲਾ ਸਵਾਲ, ਕੌਣ ਸੋ ਸਨਮੁਖ ਕੌਣ ਬੇਮੁਖੀਆ, ਵੀ ਸਨਮੁਖ ਕੌਣ ਹੈ ਤੇ ਬੇਮੁਖੀਆ ਕੌਣ ਹੈ? ਕੌਣ ਹੈ ਜਿਹੜਾ ਮਨ ਦੇ ਪਿੱਛੇ ਲੱਗ ਕੇ ਜਿਉਂਦਾ ਹੈ? ਕੀ ਨਿਸ਼ਾਨੀਆਂ ਨੇ ਜੀਵਨ ਦੀਆਂ ਕਿ ਉਹ ਸਨਮੁਖ ਹੋ ਕੇ ਜਿਉਂਦਾ ਹੈ ਰੱਬ ਨੂੰ, ਗੁਰੂ ਨੂੰ? ਕਿਨ ਬਿਦ ਮਿਲੀ ਹੈ, ਕਿਨ ਬਿਦ ਵਿਛਰੈ, ਇਹ ਬਿਦ ਕੌਣ ਪ੍ਰਗਟਾਏ ਜੀਓ। ਕਿਸ ਤਰੀਕੇ ਦੇ ਨਾਲ ਮਿਲਾਪ ਹੁੰਦਾ ਹੈ ਵਾਹਿਗੁਰੂ ਜੀ ਨਾਲ? ਕਿਸ ਤਰੀਕੇ ਨਾਲ ਇਹ ਮਨ ਟੁੱਟਦਾ ਹੈ? ਪਲ ਪਲ ਤੇ ਟੁੱਟਦਾ ਹੈ, ਛਿਨ ਛਿਨ ਤੇ ਟੁੱਟਦਾ ਹੈ। ਕਿਹੜੀ ਉਹ ਵਿਧੀ ਹੈ ਕਿ ਵਾਹਿਗੁਰੂ ਜੀ ਹਾਜ਼ਰ ਨਾਜ਼ਰ, ਪ੍ਰਗਟ ਪ੍ਰਤੱਖ, ਮਹਿਸੂਸ ਹਰ ਵੇਲੇ ਦਿਖਾਈ ਦੇਣ, ਮਹਿਸੂਸ ਹੋਵੇ, ਅਹਿਸਾਸ ਹੋਵੇ?
ਕੌਣ ਸੋ ਅੱਖਰ ਜਿਤ ਧਾਵਤ ਰਹਿਤਾ। ਇੱਥੇ ਅੱਖਰ ਦੇ ਅਰਥ ਹੈ ਉਪਦੇਸ਼। ਉਹ ਕਿਹੜਾ ਗਿਆਨ ਹੈ, ਕਿਹੜਾ ਉਪਦੇਸ਼ ਹੈ ਜਿਹਦੇ ਨਾਲ ਇਹ ਮਨ ਜਿਹੜਾ ਦੂਜੇ ਪਾਸੇ ਭੱਜਦਾ ਹੈ ਇਹ ਤੋਂ ਰੋਕਿਆ ਜਾ ਸਕੇ। ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ। ਕਿਹੜਾ ਉਪਦੇਸ਼ ਹੈ ਜਿਹਦੇ ਨਾਲ ਭਾਵੇਂ ਦੁੱਖ ਆਵੇ ਸੁੱਖ ਆਵੇ ਇਹਨੂੰ ਇੱਕ ਰਸ ਅਡੋਲ ਜਿਉਣਾ ਆ ਜਾਵੇ। ਚਾਹੇ ਕਿਸੇ ਦੀਆਂ ਚੰਗਿਆਈਆਂ ਦੇਖੇ ਤੇ ਚਾਹੇ ਬੁਰਾਈਆਂ ਦੇਖੇ, ਆਪਣੇ ਮਨ ਨੂੰ ਮੈਨੇਜ ਕਰਕੇ ਇੱਕ ਰਸ ਇਹਨੂੰ ਜਿਉਣਾ ਆ ਜਾਵੇ। ਚਾਹੇ ਕੋਈ ਚੰਗਾ ਬਿਹੇਵ ਕਰੇ ਤੇ ਚਾਹੇ ਬੁਰਾ ਬਿਹੇਵ ਕਰੇ, ਆਪਣੇ ਮਨ ਨੂੰ ਮੈਨੇਜ ਕਰਕੇ ਅਡੋਲ ਇੱਕ ਰਸ ਵਿੱਚ ਜਿਉਣਾ ਆ ਜਾਵੇ। ਕਿਹੜਾ ਉਪਦੇਸ਼ ਹੈ? ਅਗਲਾ ਸਵਾਲ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਦ ਕੀਰਤਨ ਗਾਏ ਜੀਓ। ਉਹ ਜ਼ਿੰਦਗੀ ਜਿਉਣ ਦੀ ਵਧੀਆ ਚਾਲ ਕਿਹੜੀ ਹੈ, ਵਧੀਆ ਜ਼ਿੰਦਗੀ ਜਿਉਣ ਦਾ ਤਰੀਕਾ ਕਿਹੜਾ ਹੈ ਜਿਹਦੇ ਨਾਲ ਹਰ ਵੇਲੇ ਧਿਆਨ ਪਾਰ ਬ੍ਰਹਮ ਵਾਹਿਗੁਰੂ ਜੀ ਵੱਲ ਰਹੇ, ਉਹਦੇ ਭੈ ਵਿੱਚ ਤੇ ਉਹਦੀ ਮਿੱਠੀ ਮਿੱਠੀ ਯਾਦ ਵਿੱਚ ਰਹੇ। ਤੇ ਕਿਹੜਾ ਤਰੀਕਾ ਹੈ ਜਿਹਦੇ ਨਾਲ ਗੁਰਮਤਿ ਦੀ ਜੁਗਤ ਅਨੁਸਾਰ, ਗੁਰੂ ਦੇ ਨਜ਼ਰੀਏ ਅਨੁਸਾਰ ਉਹਦੀ ਸਿਫਤ ਸਲਾਘਾ ਕਰਨੀ ਆ ਜਾਵੇ। ਕੀਰਤਨ ਗਾਏ ਜੀਓ ਹਰ ਪਲ ਹਰ ਸਮੇਂ। ਇਹ ਚਾਰ ਪਦਿਆਂ ਵਿੱਚ ਸਵਾਲ ਰੱਖ ਦਿੱਤੇ ਜ਼ਿੰਦਗੀ ਨੂੰ ਪਰਖਣ ਦੇ, ਆਪਣੇ ਸੋਚ ਤੇ ਸੁਭਾਅ ਦੀ ਪੜਚੋਲ ਕਰਨ ਦੇ, ਸਵੈ ਪੜਚੋਲ ਕਰਨ ਵਾਸਤੇ। ਗੁਰੂ ਪਾਤਸ਼ਾਹ ਦੀ ਇੱਕ ਹੋਰ ਪੰਕਤੀ ਹੈ ਨਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇੱਦਾਂ ਵਿਚਲਿਤ ਹੋ ਕੇ ਪਰੇਸ਼ਾਨੀਆਂ 'ਚ ਨਾ ਜਿਉ, ਆਪਣੇ ਆਪ ਦੀ ਖੋਜ ਕਰ, ਆਪਣੇ ਸੁਭਾਅ ਤੇ ਸੋਚ ਦੀ ਪੜਚੋਲ ਕਰ। ਪੜਚੋਲ ਕਰ ਆਪਣੀਆਂ ਭਾਵਨਾਵਾਂ ਦੀ, ਆਪਣੇ ਜਜ਼ਬਿਆਂ ਦੀ, ਮਨ ਦੇ ਉਛਲਣ ਦੀ, ਮਨ ਦੇ ਭੱਜਣ ਦੀ, ਮਨ ਦੇ ਥਿੜਕਣ ਦੀ, ਮਨ ਦੇ ਡੋਲਣ ਦੀ ਪੜਚੋਲ ਕਰ। ਉਹ ਜਿਹੜੀ ਪੰਕਤੀ ਹੈ ਨਾ, ਬੰਦੇ ਖੋਜ ਦਿਲ ਹਰ ਰੋਜ਼, ਉਹ ਖੋਜਣ ਵਾਸਤੇ ਆਹ ਸਾਰੇ ਕੁਐਸਚਨ ਸਾਹਮਣੇ ਰੱਖਣੇ ਪੈਣਗੇ, ਸਾਰੇ ਸਵਾਲ ਸਾਹਮਣੇ ਰੱਖਣੇ। ਹੁਣ ਇਹਦਾ ਜਵਾਬ ਗੁਰਮੁਖ ਮੁਕਤਾ, ਗੁਰਮੁਖ ਜੁਗਤਾ। ਬਈ ਆਦਤਾਂ ਤੋਂ ਮੁਕਤ ਕੌਣ ਹੁੰਦਾ ਹੈ? ਜਿਹੜਾ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੋਚ ਤੇ ਸੁਭਾਅ ਤੇ ਲਾਗੂ ਕਰਦਾ। ਆਖੋ ਵਾਹਿਗੁਰੂ। ਵਧੀਆ ਜ਼ਿੰਦਗੀ ਜਿਉਣ ਦੀ ਜੁਗਤ ਵੀ ਇਹੀ ਹੈ, ਗੁਰਮੁਖ ਜੁਗਤਾ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੋ ਕੇ, ਸੋਚ ਤੇ ਸੁਭਾਅ ਨੂੰ ਗੁਰੂ ਦੇ ਉਪਦੇਸ਼ ਅਨੁਸਾਰ ਢਾਲ ਕੇ ਜੀਵਨ ਜਿਉਣਾ। ਗੁਰਮੁਖ ਗਿਆਨੀ, ਗੁਰਮੁਖ ਧਿਆਨੀ। ਗਿਆਨਵਾਨ ਹੋਣ ਦਾ ਤਰੀਕਾ ਹੀ ਇਹ ਹੈ, ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਸੋਚ ਤੇ ਲਾਗੂ ਕਰ, ਸੁਭਾਅ ਤੇ ਲਾਗੂ ਕਰ, ਜ਼ਿੰਦਗੀ ਤੇ ਲਾਗੂ ਕਰ। ਬਖਤਾ ਵੀ ਉਹੀ ਪ੍ਰਵਾਨ ਹੈ ਜੋ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਦੇ ਦਾਇਰੇ ਵਿੱਚ ਰਹਿ ਕੇ ਉਪਦੇਸ਼ ਦੀ ਵਿਚਾਰ ਕਰੇ। ਗੁਰੂ ਸਾਹਿਬ ਕੀ ਕਹਿ ਰਹੇ ਨੇ ਸਾਡੇ ਸੁਭਾਅ ਬਾਰੇ, ਗੁਰੂ ਸਾਹਿਬ ਕੀ ਕਹਿ ਰਹੇ ਨੇ ਸਾਡੀ ਸੋਚ ਬਾਰੇ, ਗੁਰੂ ਸਾਹਿਬ ਕੀ ਕਹਿ ਰਹੇ ਨੇ ਸਾਡੀਆਂ ਭਾਵਨਾਵਾਂ ਬਾਰੇ, ਸਾਡੇ ਜਜ਼ਬਿਆਂ ਬਾਰੇ। ਧਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀ ਕੀਮਤ ਪਾਏ ਜੀਓ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਗ੍ਰਸਤੀ ਜੀਵਨ ਜਿਉਂਦਾ ਹੈ ਨਾ, ਉਹ ਗ੍ਰਸਤੀ ਜੀਵਨ ਧਨ ਹੈ। ਆਖੋ ਵਾਹਿਗੁਰੂ। ਕਿਉਂ? ਕਿਉਂਕਿ ਬੁਰੀਆਂ ਆਦਤਾਂ ਤੋਂ ਉਪਰਾਮ ਹੋ ਕੇ ਜਿਉਂਦਾ, ਉਹਨੂੰ ਕਹਿੰਦੇ ਧਨ ਗਿਰਹੀ ਉਦਾਸੀ ਗੁਰਮੁਖ। ਤੇ ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਉਂ ਕੇ ਇਹਦੀ ਵੈਲਿਊ ਸਮਝਦਾ ਜੀਵਨ ਦੀ, ਗੁਰਮੁਖ ਕੀਮਤ ਪਾਏ ਜੀਓ। ਅੱਗੋਂ ਦੀਆਂ ਨਿਸ਼ਾਨੀਆਂ, ਹਉਮੈ ਬਾਧਾ ਗੁਰਮੁਖ ਛੂਟਾ। ਇਹ ਮਨ ਅਹੰਕਾਰ ਵਿੱਚ ਬੱਝਿਆ ਹੋਇਆ ਹੈ, ਇਹਨੂੰ ਆਪਣਾ ਗਿਆਨ ਲੱਗਦਾ ਹੈ, ਦੂਸਰੇ ਦਾ ਗਿਆਨ ਘਟੀਆ ਦਿਸਦਾ ਹੈ। ਇਹਨੂੰ ਆਪਣੇ ਗੁਣ ਵੱਡੇ ਲੱਗਦੇ ਨੇ, ਦੂਸਰੇ ਦੇ ਗੁਣ ਇਹਨੂੰ ਦਿਸਦੇ ਨਹੀਂ, ਕੇਵਲ ਕਮਜ਼ੋਰੀਆਂ ਦੇਖਦਾ ਹੈ, ਹਉਮੈ ਵਿੱਚ ਬੱਧਾ ਹੈ। ਤੇ ਛੁੱਟੇਗਾ ਗੁਰੂ ਦੇ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ। ਗੁਰਮੁਖ ਆਵਣ ਜਾਵਣ ਟੂਟਾ। ਇਹ ਮਨ ਜਿਹੜਾ ਐਵੇਂ ਥਿੜਕਦਾ ਸੀ ਨਾ, ਉਲਝਦਾ ਸੀ ਆਵਣ ਜਾਵਣ ਵਿੱਚ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਮੰਨੇਗਾ ਨਾ, ਪ੍ਰੈਕਟੀਕਲ ਜਿਉਏਗਾ, ਤੇਰੇ ਆਵਣ ਜਾਵਣ ਦੀ ਉਲਝਣ ਤਾਣੀ ਤੋਂ ਬਚ ਜਾਏਗਾ। ਉਦਾਹਰਨ ਮਾਤਰ, ਕਿਸੇ ਦਾ ਔਗਣ ਦੇਖਿਆ,
ਕਿਸੇ ਦੇ ਬੋਲ ਚੰਗੇ ਨਾ ਲੱਗੇ, ਕਿਸੇ ਦੇ ਵਿਚਾਰ ਚੰਗੇ ਨਾ ਲੱਗੇ, ਕਿਸੇ ਦਾ ਬਿਹੇਵੀਅਰ ਚੰਗਾ ਨਾ ਲੱਗਿਆ, ਕਿਸੇ ਦੇ ਕਰਮ ਚੰਗੇ ਨਾ ਲੱਗੇ। ਆਮ ਮਨੁੱਖ ਵਿਚਲਿਤ ਹੁੰਦਾ ਹੈ, ਉਲਝਦਾ ਹੈ, ਉਸੇ ਬਾਰੇ ਸੋਚਦਾ ਰਹਿੰਦਾ ਹੈ, ਉਸੇ ਬਾਰੇ ਚਰਚਾ ਕਰਦਾ ਹੈ। ਉਹਨਾਂ ਨੂੰ ਰੱਬ ਚੇਤੇ ਨਹੀਂ ਹੈ, ਉਹਦਾ ਬਿਹੇਵੀਅਰ ਚੇਤੇ ਹੈ। ਰੱਬ ਚੇਤੇ ਨਹੀਂ ਹੈ, ਉਹਦੇ ਬੋਲ ਚੇਤੇ ਨੇ, ਉਹਦੀ ਕਮਜ਼ੋਰੀ ਚੇਤੇ ਹੈ, ਉਲਝ ਗਿਆ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਨ ਵਾਲਾ ਗੁਰਮੁਖ ਸੁਭਾਅ ਵਾਲਾ ਜੀਵਨ ਪਤਾ ਕੀ ਕਹੇਗਾ? ਕਹਿੰਦਾ ਠੀਕ ਹੈ, ਜੇ ਉਹਦੇ ਵਿਚਾਰ ਮੇਰੇ ਵਿਚਾਰਾਂ ਦੇ ਫਿੱਟ ਨਹੀਂ, ਹੋ ਸਕਦਾ ਬਈ ਮੇਰੇ ਵਿਚਾਰ ਨੀਵੇਂ ਹੋਣ। ਇਹਦੇ 'ਚ ਕੀ ਹੈ? ਵਿਚਾਰਾਂ ਦਾ ਵਖਰੇਵਾਂ ਆਮ ਹੁੰਦਾ ਹੈ, ਇਹ ਕੋਈ ਵੱਡੀ ਗੱਲ ਨਹੀਂ। ਜਿਹੜਾ ਉਲਝ ਗਿਆ ਉਸ ਨੂੰ ਵੱਡਾ ਕਰਕੇ ਦੇਖਦਾ ਹੈ, ਜਿਹੜਾ ਬਚ ਗਿਆ ਉਹਨੂੰ ਛੋਟਾ ਕਰਕੇ ਦੇਖਦਾ, ਕਹਿੰਦਾ ਕੁਛ ਵੀ ਨਹੀਂ, ਇਹ ਗੱਲ ਆਮ ਹੈ, ਜਨਰਲ ਹੈ, ਵਿਚਾਰ ਨਹੀਂ ਰਲਦੇ, ਫਿਰ ਕੀ ਹੋ ਗਿਆ? ਵੀ ਉਹਦਾ ਤਰੀਕਾ ਆਪਣਾ ਹੈ, ਮੇਰਾ ਤਰੀਕਾ ਆਪਣਾ ਹੈ। ਵੀ ਉਹਦੇ ਗੁਣ, ਮੈਂ ਉਹਦੇ ਔਗਣ ਕਿਉਂ ਦੇਖਾਂ, ਉਹਦੇ ਗੁਣ ਦੇਖਾਂ। ਔਗਣ ਤੇ ਮੇਰੇ ਵਿੱਚ ਵੀ ਨੇ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਉਹਦਾ ਨਜ਼ਰੀਆ ਬਦਲ ਜਾਏਗਾ। ਇਹ ਆਵਣ ਜਾਵਣ ਦੀ ਉਲਝਣ ਤਾਣੀ ਵਿੱਚੋਂ ਮੁਕਤ ਹੋਣ ਸਿੱਖੇਗਾ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ। ਗੁਰਮੁਖ ਕਰਮ, ਗੁਰਮੁਖ ਨੇਹ ਕਰਮਾ, ਗੁਰਮੁਖ ਕਰੇ ਸੁਭਾਏ ਜੀਓ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਜਦੋਂ ਸੋਚ ਤੇ ਸੁਭਾਅ ਤੇ ਲਾਗੂ ਹੁੰਦੇ ਨਾ, ਮਨ ਜਿੰਨੇ ਕਰਮ ਕਰਦਾ ਹੈ, ਮਤ ਜਿੰਨੇ ਕਰਮ ਕਰਦੀ ਹੈ, ਉਹ ਸ੍ਰੇਸ਼ਟ ਕਰਮ ਹੁੰਦੇ ਨੇ। ਆਖੋ ਵਾਹਿਗੁਰੂ, ਸੁਚੱਜੇ ਹੁੰਦੇ ਨੇ। ਕਿਉਂ? ਕਿਉਂਕਿ ਵਾਸ਼ਨਾ ਤੋਂ ਰਹਿਤ ਹੁੰਦੇ ਨੇ, ਕੁਸੰਗੀ ਪ੍ਰਵਿਰਤੀਆਂ ਤੋਂ ਰਹਿਤ ਹੁੰਦੇ ਨੇ। ਕਿਸੇ ਦਾ ਔਗਣ ਵੀ ਦੇਖਿਆ, ਨਫ਼ਰਤ ਵੀ ਨਹੀਂ ਕੀਤੀ। ਇਹ ਸੀ ਧੰਨ ਭਾਈ ਕਨ੍ਹਈਆ ਜੀ। ਆਖੋ ਵਾਹਿਗੁਰੂ। ਕੀ ਭਾਈ ਕਨ੍ਹਈਆ ਜੀ ਨੂੰ ਪਤਾ ਨਹੀਂ ਸੀ ਕਿ ਉਹ ਜਿਨ੍ਹਾਂ ਨੂੰ ਦੁਸ਼ਮਣ ਕਿਹਾ ਜਾਂਦਾ ਸੀ, ਉਹ ਗੁਰੂ ਸਾਹਿਬ ਨੂੰ ਬੁਰਾ ਭਲਾ ਬੋਲਦੇ ਨੇ? ਕੀ ਭਾਈ ਕਨ੍ਹਈਆ ਜੀ ਨੂੰ ਪਤਾ ਨਹੀਂ ਸੀ ਕਿ ਉਹ ਗੁਰੂ ਘਰ ਨਾਲ ਵਿਰੋਧ ਕਰਨ ਆਏ ਨੇ, ਮੈਲੀ ਭਾਵਨਾ ਲੈ ਕੇ ਆਏ ਨੇ? ਪਰ ਭਾਈ ਕਨ੍ਹਈਆ ਜੀ ਨੇ ਇੱਕੋ ਹੀ ਚੀਜ਼ ਦੇਖੀ ਕਿ ਮੇਰੇ ਗੁਰੂ ਪਾਤਸ਼ਾਹ ਨੇ ਕਿਹਾ ਜ਼ਖਮੀਆਂ ਨੂੰ ਪਾਣੀ ਪਿਲਾਉਣਾ ਹੈ, ਬਸ ਮੇਰੇ ਗੁਰੂ ਦੀ ਸੇਵਾ ਦਾ ਇਹ ਪਲੇਟਫਾਰਮ ਹੈ, ਇਹ ਪਾਣੀ ਮੰਗ ਰਿਹਾ, ਮੈਂ ਪਾਣੀ ਦੇਣਾ। ਆਖੋ ਵਾਹਿਗੁਰੂ, ਹੋਰ ਨਹੀਂ ਕੁਛ ਦੇਖਿਆ। ਇਹਨੂੰ ਕਹਿੰਦੇ ਨੇ ਨਿਰਲੇਪ। ਗੁਰਮੁਖ ਕਰੇ ਸੁਭਾਏ ਜੀ। ਉਹਨਾਂ ਦਾ ਪ੍ਰੇਮ ਸ੍ਰੇਸ਼ਟ ਪ੍ਰੇਮ ਹੁੰਦਾ ਹੈ। ਕਿਸੇ ਨੇ ਮਿਸਬਿਹੇਵ ਕੀਤਾ ਹੈ, ਕਿਸੇ ਦੇ ਬੋਲ ਚੰਗੇ ਨਹੀਂ ਲੱਗੇ, ਕਿਸੇ ਦੇ ਕਰਮ ਚੰਗੇ ਨਹੀਂ ਲੱਗੇ, ਫਿਰ ਕੀ ਹੋ ਗਿਆ? ਡਜ਼ਨਟ ਮੈਟਰ, ਨਿੱਕੀ ਜੀ ਗੱਲ ਹੈ। ਉਹਦੀ ਮਤ ਉਹਦੇ ਨਾਲ ਹੈ, ਉਹਦੀ ਸੋਚ ਉਹਦੇ ਨਾਲ ਹੈ, ਉਹਦਾ ਵਿਚਾਰਧਾਰਾ ਉਹਦੇ ਨਾਲ ਹੈ। ਉਹ ਨਾ ਹੀ ਬਹੁਤਾ ਉਸ ਵਿੱਚ ਖਚਿਤ ਹੋਇਆ ਤੇ ਨਾ ਹੀ ਉਹਦੇ ਤੋਂ ਟੁੱਟਿਆ। ਉਹ ਆਮ ਹੀ ਉਸ ਨੂੰ ਮਨੁੱਖਤਾ ਵਾਲੀ ਸਾਂਝ ਵਿੱਚ ਬਿਹੇਵ ਕਰ ਰਿਹਾ ਸੀ ਤੇ ਮਨੁੱਖਤਾ ਵਾਲੀ ਸਾਂਝ ਵਿੱਚ ਹੀ ਉਹ ਜਿਉ ਰਿਹਾ। ਇਹਨੂੰ ਕਹਿੰਦੇ ਨੇ ਨੇਹ ਕਰਮਾ, ਇਹਨੂੰ ਕਹਿੰਦੇ ਨੇ ਸ੍ਰੇਸ਼ਟ ਪ੍ਰੇਮ। ਗੁਰਮੁਖ ਸੁਖੀਆ, ਮਨ ਮੁਖ ਦੁਖੀਆ। ਉਹ ਸੁਖੀ ਹੁੰਦਾ ਅੰਦਰੋਂ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣ ਵਾਲਾ ਅੰਦਰੋਂ ਸੁਖੀ ਆਨੰਦ ਵਿੱਚ ਹੁੰਦਾ ਹੈ। ਮਨ ਦੇ ਪਿੱਛੇ ਲੱਗਣ ਵਾਲਾ ਛੋਟੀ ਛੋਟੀ ਗੱਲ ਤੇ ਦੁਖੀ ਹੁੰਦਾ ਹੈ। ਗੁਰਮੁਖ ਸਨਮੁਖ, ਮਨਮੁਖ ਬੇਮੁਖੀਆ। ਜਿਹਨੇ ਆਪਣੀ ਸੋਚ ਨੂੰ, ਆਪਣੇ ਸੁਭਾਅ ਨੂੰ ਗੁਰੂ ਦੇ ਉਪਦੇਸ਼ ਰਾਹੀਂ ਪੜਚੋਲਿਆ ਨਹੀਂ, ਗੁਰੂ ਦੇ ਉਪਦੇਸ਼ ਰਾਹੀਂ ਸ਼ਿੰਗਾਰਿਆ ਨਹੀਂ, ਉਹ ਆਪਣੇ ਸੁਭਾਅ ਨੂੰ ਸੰਪੂਰਨ ਮੰਨੀ ਬੈਠਾ, ਸੋਚ ਨੂੰ ਸੰਪੂਰਨ ਮੰਨੀ ਬੈਠਾ, ਮਨਮੁਖ ਹੈ। ਆਖੋ ਵਾਹਿਗੁਰੂ। ਗੁਰੂ ਦੇ ਉਪਦੇਸ਼ ਨੂੰ ਸਾਹਮਣੇ ਰੱਖ ਕੇ ਆਪਣੇ ਸੋਚ ਸੁਭਾਅ ਦੇ ਵਿੱਚੋਂ ਕਮਜ਼ੋਰੀਆਂ ਦੇਖਣੀਆਂ, ਇਹਨੂੰ ਸ਼ਿੰਗਾਰਨਾ, ਉਹ ਗੁਰਮੁਖ ਹੈ, ਸਨਮੁਖ ਹੈ। ਉਹ ਉਪਦੇਸ਼ ਦੇ ਸਨਮੁਖ ਹੋ ਗਿਆ, ਇੱਕ ਉਪਦੇਸ਼ ਨੂੰ ਇਗਨੋਰ ਕਰ ਗਿਆ। ਗੁਰਮੁਖ ਮਿਲੀਐ, ਮਨਮੁਖ ਵਿਛੜੈ, ਗੁਰਮੁਖ ਵਿਦ ਪ੍ਰਗਟਾਏ ਜੀਓ। ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਪ੍ਰੈਕਟੀਕਲ ਜਿਉਣ ਵਾਲਾ ਗੁਰਮੁਖ ਜੀਵਨ ਮਿਲਾਪ ਵਿੱਚ ਜਿਉਂਦਾ ਹੈ। ਉਹਨੇ ਕਿਸੇ ਦੇ ਔਗਣ ਵੀ ਦੇਖਿਆ, ਉਹਦੇ ਬਿਹੇਵੀਅਰ ਵਿੱਚ ਕਮਜ਼ੋਰੀ ਵੀ ਦੇਖੀ ਹੈ, ਉਹਦੇ ਬੋਲਾਂ ਵਿੱਚ, ਸੁਭਾਅ ਵਿੱਚ ਕਮਜ਼ੋਰੀ ਵੀ ਦੇਖੀ ਹੈ, ਪਰ ਉਹਨੇ ਮਿਲਾਪ ਉਹਦੇ ਗੁਣਾਂ ਨਾਲ ਰੱਖਿਆ। ਆਖੋ ਵਾਹਿਗੁਰੂ। ਕਹਿੰਦਾ ਨਹੀਂ ਨਹੀਂ, ਮੈਂ ਨਹੀਂ ਉਹ ਫੋਕਸ ਕਰਨਾ, ਮੈਂ ਤੇ ਉਹਦੇ ਗੁਣ ਨੂੰ ਫੋਕਸ ਕਰਨਾ। ਜਿਹੜਾ ਗੁਣਾਂ ਨੂੰ ਫੋਕਸ ਕਰਦਾ ਹੈ, ਉਹ ਗੁਣੀ ਨਿਧਾਨ ਨਾਲ ਮਿਲਾਪ ਕਰਕੇ ਰੱਖ ਸਕਦਾ।
ਜਿਹੜਾ ਔਗਣਾਂ ਨੂੰ ਫੋਕਸ ਕਰਦਾ ਹੈ, ਉਹ ਅੰਦਰੋਂ ਐਸੀ ਘੁੰਮਣ ਘੇਰੀ ਵਿੱਚ ਫਸ ਜਾਂਦਾ ਹੈ, ਉਹਦੇ ਅੰਦਰ ਬੈਠੀ ਰੱਬ ਦੀ ਜੋਤ ਤੇ ਕੀ ਯਾਦ ਰੱਖਣੀ ਹੈ, ਉਹਨੂੰ ਬੰਦਾ ਵੀ ਬੰਦਾ ਨਹੀਂ ਦਿਸਦਾ। ਆਖੋ ਵਾਹਿਗੁਰੂ। ਵਿਛੜਿਆ ਮਨ ਦੇ ਪਿੱਛੇ ਲੱਗ ਕੇ, ਗੁਰਮੁਖ ਵਿਦ ਪ੍ਰਗਟਾਏ ਜੀਓ। ਗੁਰਮੁਖ ਮਿਲੀਐ ਮਨ ਮੁਖ ਵਿਛਰੈ, ਗੁਰਮੁਖ ਵਿਦ ਪ੍ਰਗਟਾਏ ਜੀਓ। ਉਹਨੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਵਿੱਚੋਂ ਇੱਕ ਜੁਗਤ ਸਿੱਖੀ, ਸੋਚਣ ਦੀ ਜੁਗਤ, ਵਿਚਾਰਨ ਦੀ ਜੁਗਤ, ਸਮਝਣ ਦੀ ਜੁਗਤ, ਦੇਖਣ ਦੀ ਜੁਗਤ, ਅਹਿਸਾਸ ਕਰਨ ਦੀ ਜੁਗਤ, ਰਿਅਲਾਈਜ਼ ਕਰਨ ਦੀ ਜੁਗਤ, ਮਹਿਸੂਸ ਕਰਨ ਦੀ ਜੁਗਤ। ਉਹ ਜਿਹੜੀ ਵਿਧੀ ਹੈ ਨਾ, ਜਿਸ ਜੀਵਨ ਵਿੱਚ ਆਉਂਦੀ ਨਾ, ਪ੍ਰਗਟ ਹੋ ਜਾਂਦੀ। ਆਖੋ ਭਾਈ, ਪਤਾ ਲੱਗ ਜਾਂਦਾ। ਗੁਰਮੁਖ ਅੱਖਰ ਜਿਤ ਧਾਵਤ ਰਹਿਤਾ। ਉਹ ਕਿਹੜਾ ਗਿਆਨ ਹੈ ਜਿਹਦੇ ਨਾਲ ਇਹ ਮਨ ਨਫ਼ਰਤ, ਨਿੰਦਾ, ਹੰਕਾਰ, ਲੋਭ ਲਾਲਚ ਵਿੱਚ ਜਾਣ ਤੋਂ ਬਚ ਸਕਦਾ ਹੈ। ਉਹ ਗਿਆਨ ਹੈ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ, ਗੁਰਮੁਖ। ਉਹ ਉਪਦੇਸ਼ ਕਿਹੜਾ ਹੈ? ਗੁਰਮੁਖ ਉਪਦੇਸ਼ ਦੁੱਖ ਸਮ, ਵਾਹਿਗੁਰੂ ਮਾਫ ਕਰਨਾ, ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ। ਉਹ ਕਿਹੜਾ ਉਪਦੇਸ਼ ਹੈ ਜਿਹਦੇ ਨਾਲ ਦੁੱਖ ਤੇ ਸੁੱਖ ਦੇ ਵਿੱਚ ਸਮ ਦ੍ਰਿਸ਼ਟੀ ਵਿੱਚ, ਸਮ ਅਵਸਥਾ ਵਿੱਚ, ਇੱਕੋ ਜਿਹੀ ਅਡੋਲਤਾ ਵਿੱਚ ਜਿਉਇਆ ਜਾ ਸਕਦਾ ਹੈ? ਉਹ ਹੈ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਉਪਦੇਸ਼। ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਓ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਅਨੁਸਾਰ ਮਨ ਦੀ, ਸੋਚਣ ਦੀ, ਮਹਿਸੂਸ ਕਰਨ ਦੀ, ਅਹਿਸਾਸ ਕਰਨ ਦੀ ਜਿਹੜੀ ਚਾਲ ਹੋਏਗੀ, ਮਤ ਦੀ, ਫੈਸਲੇ ਲੈਣ ਦੀ ਚਾਲ ਹੋਏਗੀ, ਜ਼ਿੰਦਗੀ ਜਿਉਣ ਦੀ ਜਿਹੜੀ ਚਾਲ ਹੋਏਗੀ, ਉਹ ਬੜੀ ਸੁਚੱਜੀ ਹੋਏਗੀ। ਆਖੋ ਵਾਹਿਗੁਰੂ। ਉਹਦਾ ਧਿਆਨ ਵਾਹਿਗੁਰੂ ਜੀ ਵੱਲ ਰਹੇਗਾ ਹਰ ਵੇਲੇ, ਵਾਹਿਗੁਰੂ ਜੀ ਦੇ ਪਿਆਰ ਰਸ ਵਿੱਚ ਜਾਏਗਾ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਨ ਵਾਲੇ ਦੇ ਵਿਚਾਰਾਂ ਵਿੱਚ ਸਿਫਤ ਸਲਾਘਾ ਹੋਏਗੀ। ਉਹ ਦਿਨ ਰਾਤ ਕੀਰਤਨ ਗਾਉਂਦਾ। ਇੱਥੇ ਕੀਰਤਨ ਦੇ ਅਰਥ ਹੈ ਸਿਫਤ ਸਲਾਘਾ। ਉਹਦੇ ਮੁਖ ਵਿੱਚੋਂ ਨਿਕਲੇ ਹੋਏ ਵਿਚਾਰ ਵਾਹਿਗੁਰੂ ਜੀ ਦੀ ਸਿਫਤ ਸਲਾਘਾ ਦੇ ਦਾਇਰੇ 'ਚ ਹੁੰਦੇ ਨੇ। ਅਗਲੀ ਬਣਤ ਬਣਾਈ ਆਪੇ। ਵਾਹਿਗੁਰੂ ਜੀ, ਤੁਸੀਂ ਆਪ ਹੀ ਇਹ ਸਾਰੀ ਬਣਤ ਬਣਾਉਂਦੇ ਹੋ, ਸਾਰੀ ਵਿਧੀ ਤੁਸੀਂ ਵਰਤਾਉਂਦੇ ਹੋ, ਕਿਉਂਕਿ ਵਿਧੀਆਂ ਵਾਹਿਗੁਰੂ ਜੀ ਦੇ ਹੱਥ ਵਿੱਚ ਨੇ, ਇਸ ਲਈ ਉਹਨਾਂ ਨੂੰ ਵਿਧਾਤਾ ਕਹਿੰਦੇ ਨੇ। ਆਪੇ ਕਰੇ ਕਰਾਏ ਥਾਪੇ। ਵਾਹਿਗੁਰੂ ਜੀ ਪੈਦਾ ਕਰਦੇ ਨੇ, ਆਪ ਹੀ ਉਹ ਜਿਸ ਤਰ੍ਹਾਂ ਦੀ ਪ੍ਰਵਿਰਤੀ ਹੁੰਦੀ ਹੈ ਉਸ ਵਿੱਚ ਜੀਵਨ ਟਿਕਾ ਦਿੰਦੇ ਨੇ। ਵਾਹਿਗੁਰੂ ਜੀ ਦੇ ਨਿਜ਼ਮ, ਵਾਹਿਗੁਰੂ ਜੀ ਦਾ ਨੈਟਵਰਕ, ਵਾਹਿਗੁਰੂ ਜੀ ਦਾ ਆਪਰੇਟਿੰਗ ਸਿਸਟਮ ਬਾ ਕਮਾਲ ਹੈ। ਇੱਕ ਹਸਤੇ ਹੋਇਓ ਅਨੰਤਾ, ਨਾਨਕ ਏਕ ਸਮਾਹਿ ਸਮਾਏ ਜੀਓ। ਅਸੀਂ ਸੁਭਾਵਾਂ ਦੀਆਂ ਕਮਜ਼ੋਰੀਆਂ ਦੇਖਦੇ ਹਾਂ, ਅਸੀਂ ਬੰਦਿਆਂ ਦੀਆਂ ਕਮਜ਼ੋਰੀਆਂ ਦੇਖ ਕੇ ਕਮਜ਼ੋਰੀਆਂ 'ਚ ਉਲਝਦੇ ਹਾਂ। ਵਾਹਿਗੁਰੂ ਜੀ ਦੀ ਜੋਤ ਹਰ ਇੱਕ ਵਿੱਚ ਹੈ। ਜਦੋਂ ਗੁਣਾਂ ਨੂੰ ਦੇਖਾਂਗੇ, ਵਾਹਿਗੁਰੂ ਜੀ ਦੀ ਜੋਤ ਨੂੰ ਅਹਿਸਾਸ ਕਰਾਂਗੇ, ਫਿਰ ਉਹਦੇ ਅਣਗਿਣਤ ਰੂਪ ਦਿਸਣਗੇ। ਉਸ ਤੋਂ ਬਾਅਦ ਫਿਰ ਉਹ ਇੱਕ ਹੈ। ਜਿਵੇਂ ਬੀਜ ਹੈ, ਬੀਜ 'ਚੋਂ ਐਡਾ ਵੱਡਾ ਬ੍ਰਿਕਸ਼ ਨਿਕਲਦਾ, ਕਿੰਨੇ ਪੱਤੇ ਨੇ, ਟਾਹਣੀਆਂ ਨੇ, ਫੁੱਲ ਨੇ, ਫਲ ਨੇ, ਅਖੀਰ ਫਿਰ ਬੀਜ ਹੈ। ਆਖੋ ਵਾਹਿਗੁਰੂ। ਇੱਦਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਸਾਰੇ ਕੌਤਕ ਨੇ। ਜਿਹਨੂੰ ਇਹ ਕੌਤਕ ਸਮਝਣ ਦੀ, ਦੇਖਣ ਦੀ ਜੁਗਤ ਆਈ, ਉਹ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਅਨੁਸਾਰ ਸੋਚ ਸੁਭਾਅ ਨੂੰ ਸੰਵਾਰਨ ਤੇ ਹੀ ਆਉਂਦੀ ਹੈ। ਫਿਰ ਉਸ ਇੱਕ ਵਾਹਿਗੁਰੂ ਦੇ ਆਨੰਦ ਰਸ ਵਿੱਚ, ਉਹਦੇ ਪਿਆਰ ਵਿੱਚ ਭਿੱਜ ਕੇ ਜਿਉਣਾ ਆ ਜਾਂਦਾ ਹੈ। ਉਹਦੀ ਜੋਤ ਨੂੰ ਹਰ ਥਾਂ ਤੇ ਮਹਿਸੂਸ ਕਰਨਾ, ਹਰ ਇੱਕ ਵਿੱਚ ਮਹਿਸੂਸ ਕਰਨਾ, ਉਹਦੇ ਗੁਣਾਂ ਨੂੰ ਮਹਿਸੂਸ ਕਰਨਾ, ਉਹਦੇ ਵਰਤਾਰਿਆਂ ਨੂੰ ਮਹਿਸੂਸ ਕਰਨਾ। ਅਗਲੀ ਅਸ਼ਟਪਦੀ ਮਾਝ ਰਾਗ ਦੀ 36ਵੀਂ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਤੀਜੀ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਇਹਦੇ 3 ਪਦਿਆਂ ਦੀ ਵਿਚਾਰ ਅੱਜ ਆਪਾਂ ਕਰਾਂਗੇ। ਮਾਝ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੀ ਇਸ ਅਸ਼ਟਪਦੀ ਵਿੱਚ ਬਖਸ਼ਿਸ਼ ਕਰ ਰਹੇ ਨੇ। ਪ੍ਰਭ ਅਬਿਨਾਸ਼ੀ ਤਾਂ ਕਿਆ ਕਾੜਾ। ਜੇ ਮਹਿਸੂਸ ਹੋ ਜਾਵੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਅਬਿਨਾਸ਼ੀ ਨੇ, ਸਦੀਵੀ ਨੇ, ਕਦੇ ਨਾਸ਼ ਨਹੀਂ ਹੁੰਦਾ। ਤੇ ਮੇਰੇ ਅੰਗ ਸੰਗ ਨੇ, ਉਹ ਮੇਰੇ ਮਦਦਗਾਰ ਨੇ, ਮੇਰੇ ਪਿਤਾ ਜੀ ਨੇ।
ਉਹ ਹਰ ਥਾਂ ਤੇ ਨੇ, ਹਰ ਇੱਕ ਵਿੱਚ ਨੇ। ਫਿਰ ਚਿੰਤਾ ਕਿਸ ਗੱਲ ਦੀ ਆਖੋ ਵਾਹਿਗੁਰੂ, ਫਿਰ ਫ਼ਿਕਰ ਕਿਸ ਗੱਲ ਦਾ। ਅਸੀਂ ਅਣਹੋਈਆਂ ਚਿੰਤਾਵਾਂ ਚੁੱਕਦੇ ਹਾਂ। ਆਏਂ ਕਿਉਂ ਹੈ? ਇਹ ਵੀ ਇੱਕ ਚਿੰਤਾ ਦੀ ਪੰਡ ਹੈ। ਆਏਂ ਕਿਉਂ ਨਹੀਂ? ਇਹ ਵੀ ਇੱਕ ਚਿੰਤਾ ਦੀ ਪੰਡ। ਇੱਦਾਂ ਕਿਉਂ ਨਹੀਂ ਹੁੰਦਾ? ਉਹ ਜੋ ਤਿੰਨੋਂ ਚੀਜ਼ਾਂ ਦੇਖ ਰਹੇ ਨਾ, ਐਂ ਕਿਉਂ ਹੈ, ਐਂ ਕਿਉਂ ਨਹੀਂ, ਇਸ ਤਰ੍ਹਾਂ ਕਿਉਂ ਨਹੀਂ ਹੁੰਦਾ, ਇਹ ਤਿੰਨੋਂ ਵਰਤਾਰੇ ਆਪਣੇ ਸੁਭਾਅ ਦੇ ਨਾਲ ਫਿੱਟ ਕਰਕੇ ਹੀ ਕਰ ਰਿਹਾ ਹੁੰਦਾ ਹੈ। ਜਿਸ ਨੂੰ ਕਹਿ ਰਿਹਾ ਨਾ ਇੱਦਾਂ ਕਿਉਂ ਨਹੀਂ, ਇਹਦਾ ਮਤਲਬ ਉਹਦੇ ਸੁਭਾਅ ਅਨੁਸਾਰ ਨਹੀਂ, ਇਸ ਲਈ ਕਹਿ ਰਿਹਾ। ਫਿਰ ਉਹ ਕਹਿੰਦਾ ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਉਹਦੇ ਸੁਭਾਅ ਅਨੁਸਾਰ ਨਹੀਂ ਹੈ। ਫਿਰ ਉਹ ਕਹਿੰਦਾ ਹੈ, ਇਸ ਤਰ੍ਹਾਂ ਕਿਉਂ ਨਹੀਂ ਹੁੰਦਾ? ਇਹ ਸਾਰਾ ਕੁਝ ਉਹਦੇ ਸੁਭਾਅ ਵਿੱਚੋਂ ਨਿਕਲਿਆ ਹੁੰਦਾ ਔਰ ਉਹ ਮਨ ਦੇ ਪਿੱਛੇ ਲੱਗਦਾ ਹੈ। ਚਿੰਤਾਵਾਂ ਦੀਆਂ ਪੰਡਾਂ ਇਹਦੇ 'ਚ ਬੜੀਆਂ ਨਿਕਲਦੀਆਂ। ਜੇ ਗੁਰਬਾਣੀ ਦੇ ਉਪਦੇਸ਼ਾਂ ਰਾਹੀਂ ਆਪਣੇ ਮਨ ਦੀ ਪੜਚੋਲ ਕਰੇ, ਬੜੀਆਂ ਇਸ ਤਰ੍ਹਾਂ ਦੀਆਂ ਚਿੰਤਾਵਾਂ ਇਹਦੇ ਵਿੱਚੋਂ, ਐਸੀ ਉਲਝਣ ਤਾਣੀ ਹੈ ਜਿਹਦੇ 'ਚੋਂ ਇਹਨੂੰ ਨਿਕਲੇ ਨਹੀਂ ਜਾਂਦਾ ਔਰ ਉਹ ਆਦਤਾਂ ਪੱਕ ਜਾਂਦੀਆਂ। ਇਹੀ ਤੇ ਫਾਂਸੀ ਹੈ ਜਿਹਦੇ ਤੋਂ ਮੁਕਤ ਹੋਣਾ ਹੈ। ਚਿੰਤਾ ਕਿਸ ਗੱਲ ਦੀ ਹੈ? ਤੈਨੂੰ ਰੱਬ ਦੇ ਵਰਤਾਰੇ ਨਹੀਂ ਦੇਖਣੇ ਆਏ ਤਾਂ ਚਿੰਤਾ ਦੀਆਂ ਪੰਡਾਂ ਚੁੱਕਦਾ। ਤੈਨੂੰ ਰੱਬ ਦੇ ਗੁਣਾਂ ਦੀਆਂ ਝਲਕਾਂ ਮਹਿਸੂਸ ਨਹੀਂ ਕਰਨੀਆਂ ਆਈਆਂ ਤਾਂ ਚਿੰਤਾ ਦੀਆਂ ਪੰਡਾਂ ਚੁੱਕਦਾ। ਹਰ ਭਗਵੰਤਾ ਤਾ ਜਨ ਖਰਾ ਸੁਖਾਲਾ, ਜਿਨ੍ਹਾਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਭਗਵੰਤ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਿਆ, ਉਹਦੇ ਝਲਕਾਰਿਆਂ ਨੂੰ ਹਰ ਇੱਕ ਵਿੱਚੋਂ, ਹਰ ਥਾਂ ਤੋਂ, ਹਰ ਵਰਤਾਰੇ ਵਿੱਚੋਂ ਮਹਿਸੂਸ ਕੀਤਾ। ਗੁਣੀ ਨਿਧਾਨ ਵਾਹਿਗੁਰੂ ਜੀ ਦੇ ਗੁਣਾਂ ਦੀਆਂ ਝਲਕਾਂ ਦੇਖੀਆਂ, ਉਹ ਸੇਵਕ ਬਣ ਜਾਂਦਾ ਹੈ ਤੇ ਖਰਾ ਸੁਖਾਲਾ, ਅੰਦਰੋਂ ਬਹੁਤ ਸੁਖੀ ਹੁੰਦਾ। ਆਖੋ ਵਾਹਿਗੁਰੂ। ਖਰਾ ਸੁਖਾਲਾ ਦੇ ਅਰਥ ਹੈ ਬਹੁਤ ਸੁਖੀ ਹੁੰਦਾ। ਉਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਮਨ ਤੇ ਲਾ ਕੇ ਚਿੰਤਾਵਾਂ ਦੀਆਂ ਪੰਡਾਂ ਦੇ ਭਾਰ ਵਿੱਚ ਨਹੀਂ ਦੱਬਦਾ। ਆਖੋ ਵਾਹਿਗੁਰੂ। ਜੀ ਪ੍ਰਾਨ ਮਾਨ ਸੁਖ ਦਾਤਾ, ਤੂੰ ਕਰੈ ਸੋਈ ਸੁਖ ਪਾਵਣਿਆ। ਸਾਡਾ ਜੀਵਨ ਅੰਦਰਲਾ, ਸਾਡੇ ਸਵਾਸ, ਸਾਡਾ ਮਨ, ਹਰ ਲੈਵਲ ਤੇ ਸੁਖ ਦੇਣ ਵਾਲੇ ਵਾਹਿਗੁਰੂ ਜੀ ਨੇ। ਉਹਨਾਂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਹੀ ਸੁਖ ਮਿਲੇਗਾ। ਆਨੰਦ ਰਸ ਜਿਨ੍ਹਾਂ ਨੇ ਪ੍ਰਾਪਤ ਕੀਤਾ, ਓ ਵਾਰੀ ਜੀਓ ਵਾਰੀ, ਗੁਰਮੁਖ ਮਨ ਤਨ ਭਾਵਣਿਆ। ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਣਾ ਉਹਨਾਂ ਤੋਂ, ਬਲਿਹਾਰ ਜਾਣਾ, ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਸੋਚ ਸੁਭਾਅ ਦੇ ਲੈਵਲ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਂਦੇ ਨੇ। ਉਹਨਾਂ ਦੇ ਮਨ ਤੇ ਤਨ ਨੂੰ ਵਾਹਿਗੁਰੂ ਜੀ ਬੜੇ ਚੰਗੇ ਲੱਗਦੇ ਨੇ ਤੇ ਉਹਨਾਂ ਦਾ ਸੁਭਾਅ ਤੇ ਉਹਨਾਂ ਦਾ ਜੀਵਨ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ। ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੈ ਨ ਲਾਵਣਿਆ। ਰਹਾਓ। ਇਹ ਵਾਹਿਗੁਰੂ ਜੀ ਤੂੰ ਮੇਰਾ ਪਹਾੜ ਜਿੱਡਾ ਆਸਰਾ ਹੈ। ਪਰਬਤ ਓਲਾ, ਓਲਾ ਹੁੰਦਾ ਆਸਰਾ। ਪਰਬਤ ਦੇ ਅਰਥ ਹੈ ਪਹਾੜ ਜਿੱਡਾ ਆਸਰਾ ਹੈ। ਸਭ ਤੋਂ ਵੱਡਾ ਆਸਰਾ ਵਾਹਿਗੁਰੂ ਜੀ ਤੁਸੀਂ ਹੋ। ਤੁਹਾਡੇ ਬਰਾਬਰ ਮੈਂ ਕਿਸੇ ਨੂੰ ਨਹੀਂ ਸਮਝਦਾ। ਤੁਮ ਸੰਗ ਲਵੈ ਨ ਲਾਵਣਿਆ। ਰਹਾ। ਜਿੱਥੇ ਸਾਰੇ ਸਾਥ ਛੱਡ ਜਾਂਦੇ ਨੇ ਉੱਥੇ ਤੂੰ ਮਦਦਗਾਰ ਬਣਦਾ। ਆਖੋ ਸੋਚ ਤੇ ਸੁਭਾਅ ਨੂੰ ਮੇਰੇ ਨੂੰ ਕੋਈ ਨਹੀਂ ਸਵਾਰ ਸਕਦਾ। ਵਾਹਿਗੁਰੂ ਜੀ ਤੁਸੀਂ ਸਵਾਰ ਸਕਦੇ। ਤੇਰਾ ਕੀਤਾ ਜਿਸ ਲਾਗੈ ਮੀਠਾ। ਆ ਬੜੀ ਕਮਾਲ ਦੀ ਚੀਜ਼। ਜਿੰਨੇ ਵਰਤਾਰੇ ਵਰਤ ਰਹੇ ਹਨ, ਜੋ ਕੁਝ ਵੀ ਚਾਰ ਚਫੇਰੇ ਹੋ ਰਿਹਾ ਹੈ, ਵਾਹਿਗੁਰੂ ਜੀ ਦੇ ਵਰਤਾਰੇ ਨੇ। ਜੇ ਵਾਹਿਗੁਰੂ ਜੀ ਨੂੰ ਮਹਿਸੂਸ ਕੀਤਾ ਜਾਵੇ ਹਰ ਇੱਕ ਵਿੱਚੋਂ, ਹਰ ਵਰਤਾਰੇ ਵਿੱਚੋਂ, ਹਰ ਜੀਵ ਵਿੱਚੋਂ, ਜੇ ਹਰ ਇੱਕ ਵਿੱਚੋਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਮਹਿਸੂਸ ਕੀਤਾ ਜਾਵੇ, ਵਰਤਾਰਿਆਂ ਵਿੱਚ ਵਾਹਿਗੁਰੂ ਜੀ ਦੇ ਨਿਯਮ ਨੂੰ ਮਹਿਸੂਸ ਕੀਤਾ ਜਾਵੇ, ਫਿਰ ਸਭ ਕੁਝ ਵਾਹਿਗੁਰੂ ਜੀ ਦਾ ਵਰਤ ਰਿਹਾ ਵਰਤਾਰਾ ਮਿੱਠਾ ਲੱਗਦਾ। ਆਖੋ ਐਸੀ ਅਵਸਥਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ। ਤੱਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਤੇਰਾ ਕੀਆ ਮਿੱਠਾ ਲਾਗੇ। ਸਾਨੂੰ ਤੇ ਕਿਸੇ ਦਾ ਬੋਲ ਸੁਭਾਅ ਦੇ ਫਿੱਟ ਨਾ ਆਵੇ, ਬੜਾ ਕੌੜਾ ਲੱਗਦਾ, ਵਿਚਲਿਤ ਹੋ ਜਾਂਦਾ, ਮਨ ਉਲਝ ਜਾਂਦਾ, ਅੰਦਰੋਂ ਅੰਦਰ ਹੀ ਬੜੀ ਤਾਣੀ ਵਿੱਚ ਉਲਝ ਜਾਂਦਾ ਹੈ। ਆਪਣੀ ਸੋਚ ਨੂੰ, ਆਪਣੇ ਸੁਭਾਅ ਨੂੰ ਪਰਖਣ ਦੀ ਕੋਸ਼ਿਸ਼ ਕਰਨੀ ਪਵੇਗੀ। ਆਪਣੀਆਂ ਭਾਵਨਾਵਾਂ ਕਿਵੇਂ ਦਿਸ਼ਾ ਜਾਂਦੀ ਹੈ, ਕਿਵੇਂ ਉਲਝਦੀ ਹੈ, ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੇ ਸਿਖਾਉਣਾ। ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ। ਉਹਨਾਂ ਨੇ ਹਰ ਥਾਂ ਤੇ ਵਾਹਿਗੁਰੂ ਜੀ ਨੂੰ
ਵਾਹਿਗੁਰੂ ਜੀ ਦੇ ਵਰਤਾਰਿਆਂ ਨੂੰ ਦੇਖਿਆ, ਉਹਦੇ ਨਿਯਮਾਂ ਨੂੰ ਦੇਖਿਆ, ਉਹਦੇ ਗੁਣਾਂ ਨੂੰ ਦੇਖਿਆ। ਪਤਾ ਲੱਗਿਆ ਥਾਨ ਥਨ ਅੰਤਰ ਤੂੰ ਹੈ, ਇੱਕੋ ਇੱਕ ਵਰਤਾ ਬਣਿਆ। ਇਹ ਸਾਰੇ ਥਾਵਾਂ ਤੇ, ਥਾਨ ਥਨ ਅੰਤਰ, ਹਰ ਥਾਂ ਤੇ ਇਹ ਵਾਹਿਗੁਰੂ ਜੀ ਤੂੰ ਹੀ ਵਰਤਾਰੇ ਵਰਤਾ ਰਹੇ ਹੋ, ਤੁਹਾਡੇ ਹੀ ਵਰਤਾਰੇ ਵਰਤ ਰਹੇ ਨੇ। ਹਰ ਥਾਂ ਤੇ ਤੁਹਾਡੇ ਨਿਯਮ ਦੇ ਵਰਤਾਰੇ ਨੇ, ਤੁਹਾਡੀ ਜੋਤ ਦੀਆਂ ਝਲਕਾਂ ਨੇ। ਹਰ ਥਾਂ ਤੇ ਤੇਰੇ ਗੁਣਾਂ ਦੇ ਵਰਤਾਰੇ ਵਰਤ ਰਹੇ ਨੇ। ਆਹਾ, ਦੇਖਣ ਦੀ ਯੋਗਤਾ ਆ ਜਾਵੇ, ਸੰਤੁਸ਼ਟ ਹੋਏਗਾ, ਸੈਟਿਸਫਾਈਡ ਹੋਏਗਾ। ਚਿੰਤਾਵਾਂ ਦੀਆਂ ਪੰਡਾਂ ਨਹੀਂ ਹੋਣਗੀਆਂ, ਆਹ ਕਿਉਂ ਹੋਇਆ, ਆਹ ਕਿਉਂ ਨਹੀਂ ਹੈ, ਇੱਦਾਂ ਕਿਉਂ ਨਹੀਂ ਹੈ। ਉਹ ਤਾਂ ਬਹੁਤ ਉਲਝਿਆ ਹੋਇਆ ਇਸ ਤਰ੍ਹਾਂ ਦੇ ਮਨ ਸੋਚ ਸੁਭਾਅ ਬਣ ਗਿਆ। ਤੇ ਜਿਉਣਾ ਹੈ ਗੁਰੂ ਪਾਤਸ਼ਾਹ ਦੇ ਦੱਸੇ ਹੋਏ ਉਪਦੇਸ਼ ਨੂੰ। ਸਗਲ ਮਨੋਰਥ ਤੂੰ ਦੇਵਨਹਾਰਾ, ਜਦੋਂ ਇਹ ਮਨੋਰਥ ਬਣ ਗਿਆ ਨਾ, ਮੈਂ ਆਪਣੇ ਸੁਭਾਅ ਨੂੰ ਗੁਰੂ ਦੇ ਉਪਦੇਸ਼ ਰਾਹੀਂ ਹੀ ਪਰਖਣਾ ਹੈ ਤੇ ਗੁਰੂ ਦੇ ਉਪਦੇਸ਼ ਰਾਹੀਂ ਹੀ ਇਸ ਨੂੰ ਸ਼ਿੰਗਾਰਨਾ ਤੇ ਸੰਵਾਰਨਾ ਹੈ। ਮੈਂ ਗੁਰੂ ਦੇ ਉਪਦੇਸ਼ ਰਾਹੀਂ ਹੀ ਆਪਣੀ ਸੋਚ ਨੂੰ ਪਰਖਣਾ ਹੈ ਤੇ ਗੁਰੂ ਦੇ ਉਪਦੇਸ਼ ਰਾਹੀਂ ਹੀ ਆਪਣੀ ਸੋਚ ਨੂੰ ਸੰਵਾਰਨਾ ਤੇ ਸ਼ਿੰਗਾਰਨਾ ਹੈ। ਜਦੋਂ ਇਹ ਮਨੋਰਥ ਬਣ ਗਿਆ ਨਾ, ਫਿਰ ਵਾਹਿਗੁਰੂ ਜੀ ਇਹ ਮਨੋਰਥ ਪੂਰਾ ਕਰਦੇ ਨੇ। ਸਗਲ ਮਨੋਰਥ ਤੂੰ ਦੇਵਨਹਾਰਾ, ਕਿਉਂਕਿ ਇਹਦੇ ਨਾਲ ਸੰਬੰਧਿਤ ਇਹ ਜਿਹੜਾ ਮਨੋਰਥ ਹੈ ਨਾ, ਇਹਨੂੰ ਆਪਾਂ ਕਹਿ ਦਈਏ ਬਖਸ਼ਿਸ਼ ਲੈਣ ਦਾ ਮਨੋਰਥ ਹੈ। ਇਹਦੇ ਨਾਲ ਬਾਕੀ ਮਨੋਰਥ ਬੜੇ ਜੁੜਦੇ ਨੇ। ਭਾਵਨਾ ਉਵੇਂ ਚਾਹੀਦੀ ਹੈ, ਵਿਚਾਰਧਾਰਾ ਚਾਹੀਦੀ ਹੈ, ਸੋਚ ਚਾਹੀਦੀ ਹੈ, ਜਜ਼ਬਾ ਚਾਹੀਦਾ ਹੈ, ਸਮਝ ਚਾਹੀਦੀ ਹੈ, ਸੋਝੀ ਚਾਹੀਦੀ ਹੈ, ਅਹਿਸਾਸ ਉਸ ਤਰ੍ਹਾਂ ਦਾ ਚਾਹੀਦਾ ਹੈ, ਵਿਸ਼ਵਾਸ ਉਸ ਤਰ੍ਹਾਂ ਦਾ ਚਾਹੀਦਾ ਹੈ, ਅਭਿਆਸ ਉਸ ਤਰ੍ਹਾਂ ਦਾ ਚਾਹੀਦਾ ਹੈ। ਇਹ ਜਿੰਨੇ ਮਨੋਰਥ ਨੇ ਇਸ ਮਾਰਗ ਦੇ, ਵਾਹਿਗੁਰੂ ਜੀ ਤੁਸੀਂ ਹੀ ਪੂਰੇ ਕਰਦੇ। ਭਗਤੀ ਭਾਏ ਭਰੇ ਭੰਡਾਰਾ, ਤੇ ਜਿਉਂ-ਜਿਉਂ ਇਹ ਸਾਰੇ ਮਨੋਰਥ ਪੂਰੇ ਹੁੰਦੇ ਨੇ ਨਾ, ਜ਼ਿੰਦਗੀ ਦਾ ਇੱਕ ਇੱਕ ਪੱਖ ਭਗਤੀ ਬਣਦਾ ਹੈ। ਕਿਸੇ ਦਾ ਬੋਲਣਾ ਵੀ ਭਗਤੀ ਹੋ ਸਕਦਾ ਹੈ, ਜੇ ਕਿਸੇ ਨੂੰ ਗੁਰੂ ਨਾਲ ਜੋੜ ਗਿਆ। ਕਿਸੇ ਦਾ ਬੋਲ, ਜੇ ਕਿਸੇ ਦਾ ਬੋਲ ਕਿਸੇ ਨੂੰ ਗੁਰਬਾਣੀ ਨਾਲ ਜੋੜ ਗਿਆ। ਜਿਹਨੇ ਕਦੀ ਜ਼ਿੰਦਗੀ 'ਚ ਪਾਠ ਕੀਤਾ ਹੀ ਨਹੀਂ, ਕਿਸੇ ਦਾ ਬੋਲ ਉਹਨੂੰ ਸਹਿਜ ਪਾਠ ਨਾਲ ਜੋੜ ਗਿਆ ਨਾ, ਤਾਂ ਉਹਦਾ ਬੋਲਣਾ ਵੀ ਭਗਤੀ ਆਖੋ, ਸੁਣਨਾ ਵੀ ਭਗਤੀ ਹੋ ਜਾਂਦਾ ਹੈ। ਜ਼ਿੰਦਗੀ ਦੇ ਵੱਖ-ਵੱਖ ਪਹਿਲੂ ਨੇ ਤੇ ਭਗਤੀ ਦੇ ਭੰਡਾਰੇ ਵਾਹਿਗੁਰੂ ਜੀ ਤੁਹਾਡੇ ਭਰੇ ਪਏ ਨੇ। ਦਇਆ ਧਾਰ ਰਾਖੇ ਤੁਧ ਸੇਈ, ਪੂਰਾ ਕਰਮ ਸੰਭਾਵਣਿਆ। ਵਾਹਿਗੁਰੂ ਜੀ ਤੁਸੀਂ ਦਇਆ ਕਰਦੇ ਹੋ, ਤਰਸ ਕਰਦੇ ਹੋ, ਤੇ ਤੁਹਾਡੀ ਬਖਸ਼ਿਸ਼ ਜਦੋਂ ਹੁੰਦੀ ਹੈ ਨਾ, ਪੂਰਾ ਕਰਮ ਸੰਭਾਵਣਿਆ। ਤੁਹਾਡੀ ਪੂਰੀ ਬਖਸ਼ਿਸ਼ ਦੇ ਨਾਲ ਹੀ ਇਹ ਮਨ ਰੱਬ ਦੇ ਪਿਆਰ ਵਿੱਚ, ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ, ਭੈ ਭਾਵਨੀ ਵਿੱਚ, ਸ਼ੁਕਰਾਨੇ ਦੇ ਰਸ ਵਿੱਚ, ਗਿਆਨ ਰੂਪੀ ਨਾਮ ਨੂੰ ਮੰਨਣ ਦੀ ਭਾਵਨਾ ਦੇ ਰਸ ਵਿੱਚ ਸਮਾਇਆ ਰਹਿੰਦਾ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਦਾਤ ਪ੍ਰਾਪਤ ਹੋਵੇ। ਚੌਥੇ ਪਦੇ ਤੋਂ ਵਿਚਾਰ ਕੱਲ੍ਹ ਨੂੰ ਅਗਲੇ ਐਪੀਸੋਡ ਵਿੱਚ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ।